बोल पा बोलदी काते नहीं मैं तेनू पुछदी आ भी आ गई मैं कंध नू नहीं पुछदी। ਚੰਗਾ ਹੋਊਗਾ ਕਿ ਤੁਸੀਂ ਵੀ ਹਿਸਾਬ ਨਾਲ ਚੱਲੋ। ਹਾਂਜੀ ਖਾ ਲਈ ਰੋਟੀ? ਤੇ ਅੱਜ ਛੁੱਟੀ ਵਾਲੇ ਦਿਨ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ 1 ਮਿੰਟ ਵੀ ਮੈਨੂੰ ਪੈਣ ਦਾ ਵੇਲ ਨਹੀਂ ਸੀ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕੀ ਦੱਸਾਂ। ਮਹਾਰਾਣੀ ਨੂੰ ਮੈਂ ਦਿੰਨੀ ਆ ਪੈਣ ਜਦ ਦੇਖ ਚੁੱਪ ਚਪੀਤੇ ਆ ਕੇ ਪੈ ਜੰਨੀ ਆ। ਮਹਾਰਾਣੀ ਖੀਰੇ ਕੱਟ ਕੇ ਖਾਣ ਲੱਗੀ ਪਈ ਆ। ਤਾਂ ਮੈਂ ਨਾ ਠੀਕ ਜਿਹਾ ਨਹੀਂ ਸੀਗਾ ਦਿਲ ਤੇ ਮੈਂ ਰੋਟੀ ਖਾਧੀ ਨਹੀਂ। ਮੈਂ ਕਿਹਾ ਚੱਲ ਮੈਂ ਇੱਕ ਖੀਰਾ ਹੀ ਕੱਟ ਕੇ ਖਾ ਲੈਣੀ ਆ। ਤਾਂ ਆਪਦੀ ਸਿਹਤ ਕੰਨੀ ਦੇਖਿਆ ਕਰ ਵੀ ਕਦੇ ਆਹ ਖਾ ਲਿਆ ਕਦੇ ਦੁੱਧ ਪੀ ਲਿਆ ਕਦੇ ਖੀਰੇ ਖਾ ਲੇ ਹਨਾ। ਹੋਰ ਤਾਂ ਨਹੀਂ ਕੋਈ ਕੰਮ ਹੈਗਾ ਤੈਨੂੰ? ਜੇ ਇੱਕ ਦਿਨ ਰੋਟੀ ਨਹੀਂ ਖਾਵੇਂਗੀ ਫਿਰ ਕੀ ਹੋ ਜਾਊਗਾ? ਮਰਨ ਤਾਂ ਨਹੀਂ ਲੱਗੀ? ਪਹਿਲਾਂ ਹੀ ਬਥੇਰੀ ਪਲੀ ਪਈ ਆ। ਨਹੀਂ ਮੰਮੀ ਮੈਂ ਅੱਗੇ ਪਿੱਛੇ ਤਾਂ ਕਦੋਂ ਖਾਂਦੀ ਆ ਤੁਸੀਂ ਕਦੋਂ ਦੇਖਿਆ ਮੈਂ ਦੁੱਧ ਪੀਨੀ ਆ ਜਾਂ ਮੈਂ ਖੀਰੇ ਖਾਂਦੀ ਆ? ਮੈਂ ਤਾਂ ਅੱਜ ਤਾਂ ਲਏ ਸੀ। ਮੈਂ ਕਿਹਾ ਮੈਂ ਸਵੇਰ ਦੀ ਨਹੀਂ ਰੋਟੀ ਖਾਧੀ ਦੁਪਹਿਰਾ ਵੀ ਹੋ ਗਿਆ ਮੈਂ ਸਾਰਿਆਂ ਨੂੰ ਰੋਟੀ ਦੇਤੀ ਮੇਰਾ ਮਨ ਨਹੀਂ ਸੀ ਕਰਦਾ ਤਾਂ ਮੈਂ ਕੱਟ ਲਈ। ਤੁਸੀਂ ਕਹਿੰਦੇ ਹੋ ਤਾਂ ਮੈਂ ਨਹੀਂ ਖਾਂਦੀ। ਖਾਣ ਦਾ ਤਾਂ ਬਥੇਰਾ ਪਤਾ। ਚੱਲ ਉੱਠ ਕੇ ਕੰਮ ਕਰ ਦੇ ਕੇ ਮੇਰੇ ਰਸੋਈ ਦੇ ਵਿੱਚ ਖਲਾਰਾ ਪਾਇਆ ਹੋਇਆ ਵਾ। ਰਸੋਈ ਦਾ ਤਾਂ ਮੰਮੀ ਮੈਂ ਸਾਰਾ ਕੰਮ ਕਰਕੇ ਆਈ ਆ। ਮੈਨੂੰ ਕੀ ਪਤਾ ਹੁਣ? ਖਾਣ ਨੂੰ ਬਥੇਰਾ ਤੂੰ ਚੱਲਦਾ। ਅੱਛਾ ਦੀਦੀ ਮੈਂ ਤਾਂ ਪਹਿਲਾਂ ਹੀ ਇਹ ਗੱਲ ਸੋਚਦੀ ਸੀਗੀ ਵੀ ਮੰਮੀ ਜੋ ਹੈਗੀ ਆ ਨਾ ਉਹ ਹੈ ਨਹੀਂ ਗੇ ਉਦਾਂ ਦੇ ਦਿਖਾਵਾ ਕਰਦੇ ਨੇ। ਕਿਉਂਕਿ ਜਿਹੜਾ ਸਮਝਣ ਵਾਲਾ ਬੰਦਾ ਹੁੰਦਾ ਨਾ ਸਾਰਾ ਕੁਝ ਸਮਝ ਜਾਂਦਾ ਹੁੰਦਾ ਵਾ ਵੀ ਕੌਣ ਆਪਾਂ ਨੂੰ ਸੱਚਾ ਪਿਆਰ ਕਰਦਾ ਕੌਣ ਆਪਾਂ ਨੂੰ ਝੂਠਾ ਪਿਆਰ ਕਰਦਾ ਵਾ। ਇਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਹੈਗਾ। ਕਹਿੰਦੇ ਤੂੰ ਚੁੱਪ ਕਰ ਜਾ ਬਸ ਇੱਥੇ ਇਸ ਤੋਂ ਬਾਅਦ ਮੇਰੇ ਨਾਲ ਕੋਈ ਕੰਮ ਨਾ ਕਰੀ। ਮੈਨੂੰ ਤਾਂ ਇਹੋ ਜਿਹੇ ਲਫ਼ਜ਼ ਬੋਲੇ ਨੇ ਨਾ ਮੰਮੀ ਨੇ ਕਿ ਉਸ ਟਾਈਮ ਮਨ ਐਂ ਕਰਦਾ ਸੀ ਵੀ ਇੱਥੋਂ ਧਰਤੀ ਪਾੜ ਕੇ ਇੱਥੇ ਹੀ ਦਫਨ ਹੋ ਜਾ। ਇੰਨਾ ਕੁਝ ਬਰਦਾਸ਼ਤ ਕਰਨਾ ਕੋਈ ਸੌਖਾ ਨਹੀਂ ਹੁੰਦਾ ਹੈਗਾ। ਪਰ ਲੇਕਿਨ ਮੈਂ ਫਿਰ ਵੀ ਉੱਥੇ ਹੀ ਰਹੇ। ਸਾਰਾ ਕੁਝ ਕੰਮ ਉਦਾਂ ਹੀ ਉਹੀ ਹੱਥਾਂ ਨਾਲ ਰੋਟੀ ਪਾਣੀ ਉਕਣਾ ਹੀ ਪੜਾਇਆ। ਮੈਂ ਕਿਹਾ ਨਹੀਂ ਮੈਂ ਕੁਝ ਨਹੀਂ ਕਹਿਣਾ ਹੈਗਾ। ਪਰ ਦੀਦੀ ਮੰਮੀ ਨੂੰ ਇਹ ਨਹੀਂ ਪਤਾ ਹੈਗਾ ਕਿ ਦੁਨੀਆ ਦੇ ਵਿੱਚ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ ਹੈਗੇ। ਕੋਈ ਬਰਦਾਸ਼ਤ ਕਰਦਾ ਕੋਈ ਨਹੀਂ ਕਰਦਾ। ਤੁਸੀਂ ਬਰਦਾਸ਼ਤ ਕਰ ਲਿਆ ਸੀ ਨਾ ਪਰ ਮੈਂ ਨਹੀਂ ਕਰ ਸਕਦੀ। ਮੈਂ ਮੰਮੀ ਨੂੰ ਦੱਸੂਗੀ ਚੰਗੀ ਤਰ੍ਹਾਂ ਵੀ ਨੌ ਕੀ ਹੁੰਦੀ ਆ। ਜਿੱਦਾਂ ਦੀ ਦੀਦੀ ਮੈਂ ਆਈ ਆ ਨਾ ਮੰਮੀ ਦੇ ਮੂੰਹੋਂ ਤੁਹਾਡੇ ਬਾਰੇ ਮੈਂ ਇੱਕੋ ਹੀ ਗੱਲ ਸੁਣੀ ਹੈ ਕਿ ਕਾਲੇ ਮੂੰਹ ਵਾਲੀ। ਮੈਨੂੰ ਤਾਂ ਉਸ ਦਿਨ ਤੋਂ ਸ਼ੱਕ ਪੈ ਗਿਆ ਸੀਗਾ ਵੀ ਜ਼ਰੂਰ ਕੋਈ ਗੱਲ ਆ ਕਿ ਮੰਮੀ ਜਿਹੜਾ ਇੰਨਾ ਗੰਦਾ ਲਫ਼ਜ਼ ਬੋਲਦੇ ਨੇ ਕੋਈ ਆਪਣੀ ਨੂੰਹ ਨੂੰ ਵੀ ਇਦਾਂ ਬੋਲਦਾ ਹੁੰਦਾ ਵਾ ਕਾਲੇ ਮੂੰਹ ਵਾਲੀ। ਇੱਕ ਬੱਚਾ ਹੁੰਦਾ ਵਾ ਵੀ ਸਹੀ ਨਹੀਂ ਹੁੰਦਾ ਜਾਂ ਤੁਹਾਨੂੰ ਕੰਮ ਨਹੀਂ ਕਰਕੇ ਦਿੰਦਾ ਜਾਂ ਤੁਹਾਨੂੰ ਰੋਟੀ ਪਾਣੀ ਬੈਠਿਆਂ ਨੂੰ ਨਹੀਂ ਦਿੰਦਾ ਜਾਂ ਤੁਹਾਡੇ ਨਾਲ ਕੁਝ ਗਲਤ ਕਰ ਰਿਹਾ ਵਾ ਤਾਂ ਉਹਨੂੰ ਬੋਲਦੇ ਹੋਈਏ ਵੀ ਤਾਂ ਵੀ ਕੁਝ ਹੱਦ ਤੱਕ ਠੀਕ ਹੁੰਦਾ ਵਾ। ਪਰ ਲੇਕਿਨ ਜਿਹੜਾ ਬੱਚਾ ਤੁਹਾਨੂੰ ਸਾਰਾ ਕੁਝ ਕਰਕੇ ਦੇ ਰਿਹਾ ਤੁਹਾਡੇ ਮੂਹਰੇ ਅੱਗੇ ਪਿੱਛੇ ਫਿਰ ਰਿਹਾ ਤੁਹਾਡੀ ਦਵਾਈ ਤੱਕ ਟਾਈਮ ਨਾਲ ਤੁਹਾਨੂੰ ਦਿੱਤੀ ਜਾਂਦੀ ਆ ਤੁਸੀਂ ਫਿਰ ਵੀ ਉਹਨੂੰ ਇੰਨੇ ਗੰਦੇ ਲਫ਼ਜ਼ ਬੋਲਦੇ ਹੋ ਤਾਂ ਹੋਰ ਕਰੇ ਵੀ ਕੀ ਹੋ। ਪਹਿਲਾਂ ਮੈਨੂੰ ਲੱਗਦਾ ਸੀ ਮੰਮੀ ਬਹੁਤ ਵਧੀਆ ਨੇ ਵਧੀਆ ਪਿਆਰ ਕਰਦੇ ਨੇ ਮੈਨੂੰ ਆਪਣੀ ਮਰਜ਼ੀ ਦੇ ਨਾਲ ਕੰਮ ਤੇ ਵੀ ਲਵਾਤਾ ਤੇ ਹੁਣ ਮੇਰੇ ਨਾਲ ਜਿੱਦਾਂ ਕਰਦੇ ਨੇ ਕੰਮ ਦੀਆਂ ਕੰਮ ਛੱਡ ਕੇ ਪੈ ਜਾਂਦੇ ਨੇ ਜਾਣ ਕੇ ਝੂਠ ਬੋਲ ਕੇ ਮੈਂ ਬਿਮਾਰ ਆ ਮੇਰਾ ਬੀਪੀ ਘਟਿਆ ਹੋਇਆ ਵਾ। ਪਰ ਤੁਸੀਂ ਹੁਣ ਟੈਨਸ਼ਨ ਨਾ ਲਿਓ ਦੀਦੀ ਮੈਂ ਤੁਹਾਡੇ ਨਾਲ ਆ। ਇਸ ਘਰ ਦੇ ਵਿੱਚੋਂ ਤੁਹਾਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਊਂਗੀ ਮੈਂ। ਤੁਸੀਂ ਟੈਨਸ਼ਨ ਨਾ ਲਓ ਮੇਰੇ ਹੁੰਦੇ ਤੁਸੀਂ ਟੈਨਸ਼ਨ ਨਹੀਂ ਲੈਣੀ। ਹੁਣ ਮੈਂ ਦੱਸੂਗੀ ਮੰਮੀ ਜੀ ਨੂੰ ਕਿ ਨੌ ਕੀ ਹੁੰਦੀ ਆ ਨੌ ਨੂੰ ਕਿਵੇਂ ਕਾਲੇ ਮੂੰਹ ਵਾਲੀ ਕਿਹਾ ਜਾਂਦਾ। ਤੁਸੀਂ ਟੈਨਸ਼ਨ ਨਾ ਲਓ ਦੀਦੀ। ਚਲ ਠੀਕ ਆ ਦੀਦੀ ਮੈਂ ਚੱਲਦੀ ਆ। ਮੈਂ ਨਾ ਮਾਰਕੀਟ ਜਾਣਾ ਸੀਗਾ ਤੇ ਮੈਨੂੰ ਟਾਈਮ ਬਹੁਤ ਹੋ ਜਾਣਾ ਫਿਰ ਇਹ ਵੀ ਮੈਨੂੰ ਉਡੀਕਦੇ ਹੋਣਗੇ। ਮੈਂ ਤੈਨੂੰ ਕੁਝ ਚਾਹ ਪਾਣੀ ਕੁਝ ਪੁੱਛਿਆ ਵੀ ਹੈ ਨਹੀਂ ਪ੍ਰੀਤੀ। ਚਲੋ ਕੋਈ ਗੱਲ ਨਹੀਂ ਦੀਦੀ ਹੁਣ ਸਾਰੀਆਂ ਗੱਲਾਂ ਆਪਣੀਆਂ ਖੁੱਲ ਗਈਆਂ ਨਾ। ਹੁਣ ਮੈਂ ਤੁਹਾਨੂੰ ਮਿਲਣ ਆਇਆ ਕਰੂੰਗੀ। ਮਿਲਣ ਕੀ ਮੈਂ ਤੁਹਾਨੂੰ ਘਰੇ ਲੈ ਕੇ ਜਾਊਂਗੀ ਆਪਣੇ। ਤੁਸੀਂ ਬੇਫਿਕਰ ਹੋ ਠੀਕ ਆ ਟੈਨਸ਼ਨ ਨਹੀਂ ਲੈਣੀ। ਤੁਸੀਂ ਕੀ ਗੱਲ ਮੈਂ ਬੈਠ ਨਹੀਂ ਸਕਦੀ? ਕਿਉਂ ਹੈਰਾਨ ਹੋ ਗਈ ਮੈਨੂੰ ਦੇਖ ਕੇ ਬੈਠੀ ਨੂੰ? ਮਹਾਰਾਣੀ ਬਣ ਕੇ ਘਰ ਦਾ ਸਾਰਾ ਕੰਮ ਉਕੜੀ ਕਿਧਰੇ ਕੱਪੜਿਆ ਪਿਆ ਵਾ। ਝਾੜੂ ਉਹ ਲਾਉਣ ਵਾਲਾ ਪਿਆ ਵਾ ਰੋਟੀ ਪਾਣੀ ਉਹ ਬਣਾਉਣ ਵਾਲਾ ਪਿਆ ਵਾ। ਕਿਹਨੇ ਕਰਨਾ ਵਾ? ਕੋਈ ਨੌਕਰ ਥੋੜੀਆਂ ਤੁਹਾਡੀ ਵੀ ਜਿਹੜੀ ਮੈਂ ਕਰੀ ਜਾਊਂਗੀ। ਮੰਮੀ ਮੈਂ ਤਾਂ ਕਿਹਾ ਹੀ ਨਹੀਂ ਤੁਹਾਨੂੰ ਕਿ ਤੁਸੀਂ ਨੌਕਰ ਆ। ਨਾਲੇ ਮੈਂ ਕੰਮ ਤੁਹਾਡੇ ਸਿਰ ਤੇ ਛੱਡ ਕੇ ਨਹੀਂ ਗਈ। ਜਦੋਂ ਮੈਂ ਆਉਂਗੀ ਆ ਕੇ ਕਰ ਲੂੰਗੀ।
ਤੁਹਾਨੂੰ ਤਾਂ ਮੈਂ ਕਿਹਾ ਹੀ ਨਹੀਂ ਤੁਸੀਂ ਕੰਮ ਕਰ ਲਿਓ। ਕੰਮ ਤਾਂ ਆ ਕੇ ਕਰ ਲੇਗੀ, ਰੋਟੀ ਉਤੋਂ ਦੁਪਹਿਰਾ ਆਇਆ ਪਿਆ, ਬਸ ਸਵੇਰ ਦਾ ਕੁਝ ਖਾਦਾ ਨਹੀਂ ਪੀਤਾ ਨਹੀਂ, ਉਹ ਕੌਣ ਬਣਾਊਗਾ? ਮੰਮੀ ਘਰੇ ਕਿਹੜਾ ਕੋਈ ਹੋਰ ਸੀਗਾ, ਤੁਸੀਂ ਇਕੱਲੇ ਹੀ ਸੀਗੇ, 2 ਰੋਟੀਆਂ ਹੀ ਸੀਗੀਆਂ, ਆਪਦੀਆਂ ਬਣਾ ਕੇ ਖਾ ਲੈਂਦੇ। ਮੈਂ ਤਾਂ ਜਦੋਂ ਆਉਂਗੀ ਉਦੋਂ ਹੀ ਬਣਾਉਂਗੀ। ਅੱਜ ਕੋਈ ਜ਼ਿਆਦਾ ਹੀ ਜਵਾਨ ਲੜਾਉਣ ਲੱਗ ਗਈ ਹਨਾ। ਐਂ ਲੱਗਦਾ ਜਿਵੇਂ ਕਿਸੇ ਤੋਂ ਕੋਈ ਸਿੱਖਿਆ ਹੀ ਲੈ ਕੇ ਆਈ ਹੁੰਨੀ ਹੈ, ਕਿਸੇ ਨੇ ਪੱਟੀ ਪੜਾਈ ਹੁੰਦੀ ਹੈ ਤੈਨੂੰ। ਅੱਗੇ ਤਾਂ ਕਦੇ ਕਣ ਬੋਲੀ ਨਹੀਂ ਹੈਗੀ। ਆਹ ਗੱਲ ਮੰਮੀ ਤੁਸੀਂ ਬਿਲਕੁਲ ਸੱਚੀ ਕਹੀ ਆ, ਪੱਟੀ ਪੜਾਈ ਆ। ਜੇ ਇਹੀ ਪੱਟੀ ਮੈਂ ਪਹਿਲਾਂ ਪੜੀ ਹੁੰਦੀ ਨਾ ਤਾਂ ਤੁਹਾਡੀ ਸੱਚਾਈ ਮੇਰੇ ਸਾਹਮਣੇ ਪਹਿਲਾਂ ਹੀ ਆ ਜਾਣੀ ਸੀ। ਜਿਹੜਾ ਤੁਸੀਂ ਮਾਂ ਬਣਨ ਦਾ ਝੂਠਾ ਡਰਾਮਾ ਕਰਦੇ ਰਹੇ ਵੀ ਮੈਂ ਤੇਰੀ ਮਾਂ ਆ। ਮਾੜਾ ਮੋਟਾ ਤੁਸੀਂ ਸੋਚ ਲੈਂਦੇ ਮੰਮੀ। ਤੂੰ ਨਹੀਂ ਸੋਚਿਆ, ਤੂੰ ਸੋਚ ਲੈਂਦੀ। ਆਪਦੀ ਮਰਜ਼ੀ ਕਰਦੀ ਆ, ਆਪਦੀ ਮਰਜ਼ੀ ਨਾਲ ਜਾਨੀ ਆ, ਨਾ ਕਿਸੇ ਨੂੰ ਦੱਸਣਾ ਨਾ ਵਾਸਤਾ, ਆਪਦੀ ਮਰਜ਼ੀ ਨਾਲ ਆਉਣੀ ਆ। ਉਧਰੋਂ ਉਹ ਮੁੰਡੇ ਨੂੰ ਮੁੱਠੀ 'ਚ ਲਿਆ ਹੋਇਆ ਵੀ ਮੈਨੂੰ ਕੁਛ ਕਹੇ ਨਾ ਬੋਲੇ ਨਾ 5 ਦਿਨ। ਹਰੇ ਉਤੋਂ ਨਹੀਂ ਮੈਨੂੰ ਰੋਹ ਮਾਰਦੀ ਆ ਤੂੰ। ਇੱਕ ਗੱਲ ਯਾਦ ਰੱਖੀ, ਇਸ ਘਰ ਦੀ ਮਾਲਕਣ ਮੈਂ ਹੀ ਆ, ਮੈਂ ਹੀ ਬਣ ਕੇ ਰਹੂੰਗੀ। ਤੇ ਮੈਂ ਨਾ ਉਹ ਕਾਲੇ ਮੂੰਹ ਵਾਲੀ ਦੀ ਚੱਲਣ ਦਿੱਤੀ ਹੈ ਜਿਹੜੀ ਉੱਥੇ ਜਾ ਕੇ ਬਹਿ ਗਈ ਆ ਪਰੇ ਹੋ ਕੇ, ਤੇ ਨਾ ਮੈਂ ਹੁਣ ਤੇਰੀ ਚੱਲਣ ਦੇਣੀ ਆ। ਮੰਮੀ ਮੈਂ ਤੁਹਾਨੂੰ 100 ਗੱਲਾਂ ਦੀ ਇੱਕੋ ਹੀ ਗੱਲ ਕਹਿਣੀ ਆ ਕਿ ਜਿਹੜੀ ਵੀ ਗੱਲ ਆ ਨਾ ਇੱਥੇ ਚੁੱਪ ਕਰ ਜਾ, ਨਹੀਂ ਫਿਰ ਚੰਗਾ ਨਹੀਂ ਹੋਊਗਾ। ਅੱਛਾ ਤੂੰ ਮੈਨੂੰ ਧਮਕੀ ਦਿੰਨੀ ਹੈ, ਕਰ ਲਾ ਫਿਰ ਕੀ ਕਰਨਾ ਵਾ ਤੂੰ। ਮੰਮੀ ਤੁਸੀਂ ਵੱਡੇ ਹੋ ਨਾ ਤਾਂ ਵੱਡੇ ਹੋ ਕੇ ਰਹੋ, ਇੱਜ਼ਤ ਕਰਵਾਓ ਆਪਣੀ। ਤੁਹਾਨੂੰ ਕੀ ਲੱਗਦਾ ਮੈਂ ਵੀ ਲਵਪ੍ਰੀਤ ਦੀਦੀ ਵਾਂਗੂ ਦਬ ਜੂਗੀ? ਦਬਾ ਕੇ ਰੱਖ ਲਓਗੇ ਮੈਨੂੰ ਤੁਸੀਂ? ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ ਹੈਗੇ। ਜਿੱਦਾਂ ਪੰਜੇ ਉਂਗਲਾਂ ਇੱਕੋ ਨਹੀਂ ਨਾ ਹੁੰਦੀਆਂ, ਉਦਾਂ ਇਨਸਾਨ ਵੀ ਨਹੀਂ ਇੱਕੋ ਜਿਹੇ ਹੁੰਦੇ। ਕੋਈ ਬਰਦਾਸ਼ਤ ਕਰਦਾ, ਕੋਈ ਨਹੀਂ ਕਰਦਾ, ਪਰ ਮੈਂ ਬਰਦਾਸ਼ਤ ਕਰਨ ਵਾਲਿਆਂ ਚੋਂ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਆਪਣੇ ਪੈਰ ਦੀ ਜੁੱਤੀ ਬਣਾ ਕੇ ਰੱਖੋਗੇ ਮੈਨੂੰ? ਇੱਕ ਵਾਰ ਤੁਸੀਂ ਮੈਨੂੰ ਇਸ ਗੱਲ ਬਾਰੇ ਦੱਸੋ ਤਾਂ ਸੀ ਕਿ ਮੇਰੀ ਗਲਤੀ ਕੀ ਆ ਜਿਹੜੀ ਤੁਸੀਂ ਮੇਰੇ ਨਾਲ ਈਰਖਾ ਕਰਨ ਲੱਗੇ, ਜਾਣ ਕੇ ਝੂਠ ਬੋਲਣ ਲੱਗੇ। ਸਭ ਕੁਝ ਜਿੰਦੀ ਕਰਦੀ ਸੀਗੀ ਤੁਹਾਨੂੰ, ਮੈਂ ਆਪਣੀ ਮਾਂ ਵਾਂਗੂ ਸਮਝਦੀ ਸੀਗੀ। ਤੇ ਤੁਹਾਨੂੰ ਕੀ ਹੋ ਗਿਆ ਇੱਕੋ ਦਮ? ਮੇਰਾ ਤਾਂ ਤੁਹਾਨੂੰ ਦਿਖਣ ਲੱਗ ਗਿਆ ਵੀ ਮੈਂ ਫਰਕ ਕਰਦੀ ਆ, ਮੈਂ ਦੱਸ ਕੇ ਨਹੀਂ ਜਾਂਦੀ। ਤਾਂ ਤੁਸੀਂ ਕੀ ਕੀਤਾ ਮੇਰੇ ਨਾਲ? ਮੈਨੂੰ ਤਾਂ ਮੰਮੀ ਪਹਿਲਾਂ ਹੀ ਦਾਲ 'ਚ ਕੁਝ ਕਾਲਾ ਲੱਗਦਾ ਸੀ ਜਦੋਂ ਤੁਸੀਂ ਮੈਨੂੰ ਲਵਪ੍ਰੀਤ ਦੀ ਦੇ ਖਿਲਾਫ ਭੜਕਾਉਂਦੇ ਸੀਗੇ ਵੀ ਉਹ ਮੇਰੇ ਨਾਲ ਲੜਦੀ ਸੀਗੀ। ਪਰ ਅੱਜ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ। ਇੱਕ ਗੱਲ ਮੰਮੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਮੈਂ ਅੱਜ ਦੇ ਟਾਈਮ ਦੀ ਪੜ੍ਹੀ ਲਿਖੀ ਕੁੜੀ ਆ, ਸਭ ਕਾਸੇ ਦੀ ਨੌਲੇਜ ਰੱਖਦੀ ਆ, ਇਹ ਵੀ ਜਾਣਦੀ ਆ ਕਿ ਵਿਗੜੇ ਬੰਦਿਆਂ ਨੂੰ ਕਿਵੇਂ ਸਵਾਰਨਾ ਵਾ। ਲਵਪ੍ਰੀਤ ਦੀਦੀ ਨੂੰ ਬਾਂਹ ਫੜ ਕੇ ਘਰੋਂ ਬਾਹਰ ਕੱਢਤਾ, ਮੈਨੂੰ ਹੱਥ ਲਾ ਕੇ ਦਿਖਾਓ ਤੁਸੀਂ। ਇੱਕ ਫੋਨ ਕਰਨ ਦੀ ਲੋੜ ਆ ਪੁਲਿਸ ਨੂੰ, ਹੁਣੇ ਪਤਾ ਲੱਗ ਜੂਗਾ। ਦੁੱਧ ਨਾਲ ਪਾਣੀ ਦਾ ਪਾਣੀ ਹੋ ਜੂਗਾ। ਜਿਹੜੀ ਸੱਸ ਆਪਣੀ ਨੂੰਹ ਨੂੰ ਕਾਲੇ ਮੂੰਹ ਵਾਲੀ ਦੱਸਦੀ ਆ, ਉਹ ਆਪ ਖੁਦ ਕਿੰਨੀ ਕੁ ਚੰਗੀ ਹੋਊਗੀ ਜਿਹੜੇ ਏਦਾਂ ਦੇ ਲਫ਼ਜ਼ ਵਰਤਦੀ ਆ ਆਪਣੀ ਨੂੰਹ ਵਾਸਤੇ। ਹਾਂਜੀ ਮੰਮੀ ਜੀ, ਹੁਣ ਨੀਵੀਂ ਕਾਤੇ ਪਾ ਲਈ ਦੱਸੋ? ਹੁਣ ਅੰਦਰੋਂ ਅੰਦਰ ਹੀ ਤਾਂ ਹੁਣ ਮੈਂ ਵੀ ਕਾਲੇ ਮੂੰਹ ਵਾਲੀ ਲੱਗਦੀ ਹੋਣੀ ਆ ਤੇ ਜਿਹੜੀ ਮੈਨੂੰ ਬੋਲਣ ਲੱਗੀ ਹੋਈ ਆ। ਬਾਕੀ ਦੇ ਮੰਮੀ ਘਰ ਦੀ ਗੱਲ, ਮੇਰਾ ਘਰ ਕਰਦੇ ਹੋ ਨਾ। ਜਦੋਂ ਮੈਨੂੰ ਵਿਆਹ ਕੇ ਲਿਆਂਦਾ ਸੀ, ਜਿੰਨਾ ਹੱਕ ਇਸ ਘਰ ਦੇ ਵਿੱਚ ਤੁਹਾਡੇ ਮੁੰਡੇ ਦਾ ਨਾ, ਓਨਾ ਹੀ ਮੇਰਾ ਵਾ। ਮੈਂ ਕੋਈ ਬਗਾਨੀ ਨਹੀਂ ਹੈਗੀ। ਬੋਲੋ ਮੰਮੀ ਜੀ, ਹੁਣ ਤੁਸੀਂ ਕਾਹਤੇ ਨਹੀਂ ਬੋਲਦੇ ਹੈਗੇ? ਚੁੱਪ ਕਿਉਂ ਕਰ ਗਏ ਹੁਣ ਤੁਸੀਂ? ਉਹ ਤਾਂ ਜੋ ਤੂੰ ਗੱਲਾਂ ਕਹੀਆਂ ਉਹ ਮੈਨੂੰ ਸਾਰੀਆਂ ਸਮਝ ਆ ਗਈਆਂ, ਪਰ ਤੇਰੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲਤੀਆਂ। ਜੋ ਮੈਂ ਸਦੋਂ ਹੀ ਕਹਿੰਦੀ ਰਹਿੰਦੀ ਸੀ ਨਾ, ਆ ਮੇਰਾ ਘਰ, ਆ ਮੇਰਾ ਘਰ, ਅੱਜ ਮੇਰਾ ਘਰ, ਪਤਾ ਨਹੀਂ ਇਸੇ ਘਰ ਦਾ ਹੀ ਹੰਕਾਰ ਚੜਿਆ ਰਹਿੰਦਾ ਸੀ ਮੈਨੂੰ, ਅੱਜ ਉਹ ਟੁੱਟ ਕੇ ਰਹਿ ਗਿਆ। ਜਦੋਂ ਕਿਸੇ ਜ਼ਿਆਦਾ ਹੰਕਾਰ ਭਰ ਜਾਂਦਾ ਨਾ, ਤਾਂ ਉਹਦਾ ਹੰਕਾਰ ਤੋੜਨ ਦੇ ਲਈ ਰੱਬ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜ ਦਿੰਦਾ ਵਾ। ਅੱਜ ਲਵਪ੍ਰੀਤ ਦੀਦੀ ਮੈਨੂੰ ਰਸਤੇ 'ਚ ਮਿਲੇ ਸੀਗੇ, ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ। ਜੇ ਅੱਜ ਉਹ ਮੈਨੂੰ ਨਾ ਮਿਲਦੇ ਤਾਂ ਅੱਜ ਇਹ ਗੱਲਾਂ ਨਹੀਂ ਸੀ ਹੋਣੀਆਂ। ਤੁਸੀਂ ਤਾਂ ਮੈਨੂੰ ਉਲਟਾ ਹੀ ਉਹਨਾਂ ਦੇ ਖਿਲਾਫ ਭੜਕਾਇਆ ਹੋਇਆ ਸੀ। ਉਸ ਤੋਂ ਗੱਲਾਂ ਹੁੰਦੀਆਂ ਨੇ ਪੁੱਤ, ਇਨਸਾਨ ਨੂੰ ਹੌਲੀ ਹੌਲੀ ਸਮਝ ਆਉਂਦੀਆਂ ਨੇ। ਪਰ ਮੈਨੂੰ ਅੱਜ ਮਾਫ ਕਰ ਦੇ ਤੂੰ, ਜਿਹੜਾ ਮੈਂ ਤੈਨੂੰ ਫਾਲਤੂ ਗੱਲਾਂ ਕਹਿਤੀਆਂ ਵੀ ਵੱਧ ਘੱਟ ਬੋਲਿਆ ਗਿਆ ਮੇਰੇ ਤੋਂ। ਬੋਲਣ ਦਾ ਮੰਮੀ ਮੈਂ ਵੀ ਨਹੀਂ ਤੁਹਾਨੂੰ ਚਾਹੁੰਦੀ ਹੈਗੀ, ਪਰ ਤੁਸੀਂ ਕਰ ਹੀ ਇਦਾਂ ਦਾ ਦਿੱਤਾ ਕੁਛ ਕਿ ਬੰਦਾ ਬੋਲਣ ਤੇ ਮਜਬੂਰ ਹੋ ਜਾਂਦਾ ਵਾ। ਤੁਸੀਂ ਮੈਨੂੰ ਵੀ ਮਾਫ ਕਰ ਦਿਓ ਤੇ ਨਾਲੇ ਕਿਸੇ ਹੋਰ ਨੂੰ ਵੀ ਮਾਫੀ ਦੇ ਦਿਓ। ਹੋਰ ਕਿਸੇ ਨੂੰ ਕਿਹਨੂੰ? ਦੀਦੀ ਲਵਪ੍ਰੀਤ? ਹਾਂਜੀ ਮੰਮੀ, ਮੱਥਾ ਟੇਕ। ਬਸ ਪੁੱਤ, ਮੈਨੂੰ ਮਾਫ ਕਰ ਦੇ ਤੂੰ। ਮੰਮੀ ਤੁਸੀਂ ਵੱਡੇ ਹੋ, ਮਾਫੀ ਮੰਗਦੇ ਚੰਗੇ ਨਹੀਂ ਲੱਗਦੇ। ਨਹੀਂ ਤੁਸੀਂ ਮੈਨੂੰ ਮਾਫ ਕਰ ਦਿਓ ਜੇ ਕੋਈ ਮੇਰੇ ਤੋਂ ਗਲਤੀ ਹੋਈ ਹੈ ਤਾਂ। ਨਹੀਂ, ਕੋਈ ਗਲਤੀ ਨਹੀਂ ਹੋਈ ਪੁੱਤ। ਗਲਤੀ ਤਾਂ ਮੇਰੇ ਤੋਂ ਹੋ ਗਈ, ਜਿਹੜੀ ਤੂੰ ਮੇਰੀ ਇੰਨੀ ਸੇਵਾ ਕਰਦੀ ਰਹੀ ਨਾ, ਪਰ ਮੇਰੇ ਤੋਂ ਤੇਰੀ ਕਦਰ ਨਹੀਂ ਹੋਈ। ਤੂੰ ਮੈਨੂੰ ਮਾਫ ਕਰ ਦੇ। ਮੰਮੀ ਤੁਸੀਂ ਵੱਡੇ ਹੋ, ਤੁਸੀਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਹੈਗੇ। ਤੁਹਾਨੂੰ ਇੰਨਾ ਅਹਿਸਾਸ ਹੋ ਗਿਆ ਕਿ ਤੁਸੀਂ ਗਲਤੀ ਕੀਤੀ ਹੈ ਨਾ, ਮੇਰੇ ਲਈ ਉਹੀ ਬਹੁਤ ਵੱਡੀ ਗੱਲ ਆ। ਮੰਮੀ ਮੈਂ ਤਾਂ ਇਹੀ ਚਾਹੁੰਦੀ ਆ ਕਿ ਆਪਾਂ ਇਸ ਘਰ ਦੇ ਵਿੱਚ ਇਕੱਠੇ ਮਿਲ ਕੇ ਰਹੀਏ, ਰਲ ਕੇ ਰਹੀਏ ਮੰਮੀ। ਹੁਣ ਤੋਂ ਰਲ ਕੇ ਹੀ ਰਹਾਂਗੇ ਪੁੱਤ। ਮੈਨੂੰ ਮਾਫ ਕਰ ਦੇ ਪੁੱਤ ਤੂੰ ਵੀ।
ਜੋ ਮੇਰੇ ਤੋਂ ਗਲਤੀ ਹੋਈ ਆ, ਤੈਨੂੰ ਚੰਗੇ ਮਾੜੀਆਂ ਗੱਲਾਂ ਮੇਰੇ ਤੋਂ ਕਹੀਆਂ ਗਈਆਂ, ਸਭ ਕੋਈ ਗੱਲ ਮਾਫ਼ ਨਹੀਂ ਕਰ ਦੇ ਮੰਮੀ। ਪੁੱਤ ਮੈਨੂੰ। ਕੋਈ ਗੱਲ ਨਹੀਂ ਮੰਮੀ, ਤੁਸੀਂ ਵੱਡੇ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ। ਹੁਣ ਤੁਸੀਂ ਵੀ ਦੀਦੀ ਇਸ ਘਰ ਵਿੱਚ ਹੀ ਰਹਿਣਾ ਵਾ, ਠੀਕ ਆ? ਇਕੱਠੇ ਰਹਾਂਗੇ ਆਪਾਂ, ਠੀਕ ਆ ਮੈਂ ਫਿਰ। ਇਹਨੂੰ ਵੀ ਨਹੀਂ ਜਾਣ ਦੇਣਾ ਤੇਰਾ ਕਿਤੇ। ਬਹੁਤ ਬਹੁਤ ਧੰਨਵਾਦ ਕਿ ਤੂੰ ਮੈਨੂੰ ਇੱਥੇ ਘਰ ਵਿੱਚ ਲੈ ਆਈ। ਨਹੀਂ ਦੀਦੀ, ਤੁਸੀਂ ਧੰਨਵਾਦ ਨਾ ਕਰੋ। ਇਹ ਸਾਰਾ ਕੁਝ ਰੱਬ ਦਾ ਪਹਿਲਾਂ ਹੀ ਲਿਖਿਆ ਹੁੰਦਾ ਵਾ ਕਿ ਅੱਜ ਜੇ ਆਪਣੇ ਨਾਲ ਮਾੜਾ ਹੁੰਦਾ ਨਾ ਤਾਂ ਚੰਗਾ ਵੀ ਜ਼ਰੂਰ ਹੋਊਗਾ। ਇਹ ਗੱਲ ਸਹੀ ਆ ਪ੍ਰੀਤੀ, ਜੇ ਅੱਜ ਕੋਈ ਕਿਸੇ ਨਾਲ ਗਲਤ ਕਰਦਾ ਨਾ ਤੇ ਉਹਨੂੰ ਵੀ ਕੋਈ ਨਾ ਕੋਈ ਸਿੱਖਿਆ ਦੇਣ ਵਾਲਾ ਮੂਹਰੇ ਆਉਂਦਾ ਹੀ ਆਉਂਦਾ। ਸਹੀ ਗੱਲ ਹੈ।